ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਮੇਨ ਆਪੋਜੀਸ਼ਨ ਕਾਂਗਰਸ ਪਾਰਟੀ ਹੈ, ਸੋ ਐਸੇ ਤੁਸੀਂ ਇਸ ਸੈਸ਼ਨ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਕਿਉਂਕਿ ਮਸਲਾ ਪੰਜਾਬ ਦੇ ਫੰਡਾਂ ਦਾ ਹੈ ਔਰ ਸਿੱਧਾ ਸਿੱਧਾ ਸੱਤਾਧਾਰੀ ਪਾਰਟੀ ਕਹਿ ਰਹੀ ਹੈ ਵੀ ਸਾਡੇ ਫੰਡ ਰੋਕੇ ਗਏ ਹੈ। ਜੈਪਾਲ ਜੀ, ਜਿਹੜਾ ਸੈਸ਼ਨ ਹੈਗਾ ਉਹ ਹੁਣ ਮੌਨਸੂਨ ਸੈਸ਼ਨ ਆਉਣ ਵਾਲਾ ਹੀ ਸੀ ਜੀ, ਲੇਕਿਨ ਇਹ ਸੈਸ਼ਨ ਜਿਹੜੀ ਬੁਲਾਉਣ ਦੀ ਪ੍ਰਥਾ ਚੱਲੀ ਹੈ ਇਹ ਹੈ ਕਿ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਹੈਗਾ ਕਿ ਜਿਹੜੇ ਵਿਧਾਨ ਸਭਾ ਦੇ ਵਿੱਚ ਤੁਸੀਂ ਕੁਝ ਵੀ ਬੋਲ ਦਿਓਗੇ, ਕਿਸੇ ਨੂੰ ਮੰਦਾ ਚੰਗਾ ਬੋਲ ਦਿਓਗੇ, ਤੁਹਾਡੇ ਉੱਤੇ ਕੋਈ ਕੇਸ ਰਜਿਸਟਰ ਨਹੀਂ ਹੋ ਸਕਦਾ, ਕੋਈ ਡੈਫੇਮੇਸ਼ਨ ਨਹੀਂ ਹੋ ਸਕਦੀ ਕਿਸੇ ਕਿਸਮ ਦੀ ਵੀ। ਇਸ ਕਰਕੇ ਜੋ ਕੇਜਰੀਵਾਲ ਸਾਹਿਬ ਨੇ ਸੈਸ਼ਨ ਸੱਦਿਆ ਸੀ ਦਿੱਲੀ ਦੇ ਵਿੱਚ, ਉਹਨਾਂ ਨੇ ਜੋ ਪ੍ਰਧਾਨ ਮੰਤਰੀ ਦੇ ਉਲਟ ਬੋਲਿਆ ਹੈ ਉਹ ਜੇ ਬਾਹਰ ਬੋਲਿਆ ਹੁੰਦਾ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ ਕੇਜਰੀਵਾਲ ਸਾਹਿਬ ਦਾ, ਕਿਉਂਕਿ ਉਹਨਾਂ ਨੇ ਵਿਧਾਨ ਸਭਾ 'ਚ ਬੋਲਿਆ, ਇਸ ਕਰਕੇ ਉਹਦੇ ਉੱਤੇ ਕੋਈ ਕੇਸ ਰਜਿਸਟਰ ਨਹੀਂ ਹੋ ਸਕਦਾ ਡੈਫੇਮੇਸ਼ਨ ਦਾ ਜਾਂ ਕਿਸੇ ਵੀ ਚੀਜ਼ ਦਾ। ਇਸ ਕਰਕੇ ਇਹ ਸੈਸ਼ਨ ਜਿਹੜੇ ਨੇ ਉਹਨਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਇਸ ਪਾਰਟਿਕੂਲਰ ਪ੍ਰਥਾ ਦਾ। ਦੂਜੀ ਗੱਲ ਜਿਹੜੀ ਹੈ, ਜਿੰਨਾ ਮਰਜ਼ੀ ਸੈਸ਼ਨ ਦੇ ਵਿੱਚ ਤੁਸੀਂ ਰੈਜ਼ੋਲੂਸ਼ਨ ਪਾ ਲਓ, ਜਿੰਨਾ ਚਿਰ ਤੁਸੀਂ ਐਕਟ ਬਣਾ ਕੇ ਕਿਸੇ ਚੀਜ਼ ਨੂੰ ਤੁਹਾਡੇ ਕੋਲ ਪਾਵਰ ਹੈ ਨਹੀਂ ਗੀ, ਵਿਧਾਨ ਸਭਾ ਦੇ ਰੈਜ਼ੋਲੂਸ਼ਨ ਦਾ ਕੋਈ ਮਹਿਣਾ ਨਹੀਂ ਹੈਗਾ ਕੇਂਦਰ ਦੇ ਉੱਤੇ ਪ੍ਰੈਸ਼ਰ ਬਣਾਉਣ ਦਾ, ਨਾ ਤਾਂ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਉਹਦੇ ਨਾਲ ਰਿਲੀਜ਼ ਹੋਣੇ ਆ, ਨਾ ਤੁਹਾਡਾ ਆਰਡੀ ਫੰਡ ਉਹਦੇ ਨਾਲ ਰਿਲੀਜ਼ ਹੋਣਾ ਹੈਗਾ। ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਮੈਂ ਤੁਹਾਨੂੰ ਅੱਜ ਕਹਿ ਦਿੰਦਾ ਜਿੱਦੇ ਇਹ ਸੈਸ਼ਨ ਦੀ ਵਜ੍ਹਾ ਨਾਲ ਰਿਲੀਜ਼ ਹੋ ਗਏ ਉਹਦੇ ਤੁਸੀਂ ਮੈਨੂੰ ਕਹਿ ਦਿਓ ਕਿ ਜੀ ਰਿਲੀਜ਼ ਹੋ ਗਏ, ਠੀਕ ਹੈ। ਇਹ ਸਾਰਾ ਇੱਕ ਹੈ, ਉੱਥੇ ਆਪਦੀ ਭਾਸ਼ਣਬਾਜ਼ੀ ਕਰਨੀ ਹੈ। ਦੂਜੀ ਗੱਲ ਦੇਖੋ, ਮੈਂ ਇਸ ਗੱਲ ਦਾ ਬਹੁਤ ਸਹਿਮਤ ਹਾਂ, ਸੰਘੇੜਾ ਸਾਹਿਬ ਬਹੁਤ ਨੇਕ ਆਦਮੀ ਨੇ, ਇਹ ਆਪਦੀ ਪਾਰਟੀ ਡਿਫੈਂਡ ਕਰਦੇ ਨੇ, ਉਹ ਵੀ ਡਿਫੈਂਡ ਕਰ, ਜਿਹੜੀ ਨਹੀਂ ਡਿਫੈਂਡੇਬਲ ਉਹਨੂੰ ਵੀ ਡਿਫੈਂਡ ਕਰਨ ਲੱਗ ਜਾਂਦੇ ਨੇ। ਇਹਨਾਂ ਵਾਸਤੇ ਮਾੜੀ ਗੱਲ ਹੈ ਇਹ। ਮਾਨਸਾ ਦੇਖੋ ਤੁਸੀਂ, ਇਹਨਾਂ ਨੇ ਜਾ ਕੇ ਕੈਬਨਿਟ ਦੀ ਮੀਟਿੰਗ ਕੀਤੀ, ਮੈਂ ਬੜਾ ਖੁਸ਼ ਹਾਂ, ਹੋਣੀ ਚਾਹੀਦੀ ਹੈ। ਲੇਕਿਨ ਅੱਜ ਤੱਕ ਤੁਸੀਂ ਤਾਂ ਆਪ ਜਰਨਲਿਸਟ ਹੋ, ਬਰਾੜ ਸਾਹਿਬ ਮੈਨੂੰ ਇਹ ਦੱਸੋ ਕਿਸੇ ਮੁੱਖ ਮੰਤਰੀ ਨੇ ਕਦੇ ਪ੍ਰੈਸ ਬਰੀਫਿੰਗ ਕੀਤੀ ਕੈਬਨਿਟ ਤੋਂ ਬਾਅਦ? ਇੱਥੋਂ ਲੱਗਦਾ ਹੈ ਕਿ ਕੇਜਰੀਵਾਲ ਔਰ ਭਗਵੰਤ ਮਾਨ ਜੀ ਜਿਹੜੇ ਨੇ ਸਾਡੇ ਇਹ ਪੰਜਾਬ ਦੇ ਮੁੱਖ ਮੰਤਰੀ ਨੇ, ਇਹਨਾਂ ਨੂੰ ਇੱਕ ਕੈਪਟਨ ਅਮਰਿੰਦਰ ਸਿੰਘ ਕਰਦੇ ਹੁੰਦੇ ਸੀ ਕਿੰਗਰਾ ਸਾਹਿਬ, ਜਦੋਂ 2002 ਵਿੱਚ ਸਰਕਾਰ ਬਣੀ ਹੈ, 2002 ਤੋਂ ਲੈ ਕੇ 2007 ਤੱਕ ਦਾ ਜਿਹੜਾ ਕਾਂਗਰਸ ਦਾ ਟੈਨਿਓਰ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਖੁਦ ਬਰੀਫਿੰਗ ਕਰਦੇ ਹੁੰਦੇ ਸੀ ਪੰਜਾਬ ਭਵਨ ਦੇ ਵਿੱਚ। ਜਦੋਂ ਮੈਂ ਖੁਦ ਕਵਰ ਕਰਦਾ ਰਿਹਾ, ਜਰਨਲਿਸਟ ਸੀ। ਇਹ ਪ੍ਰਥਾ ਇੱਕ ਸੈਕਿੰਡ, ਇਹ ਪ੍ਰਥਾ 2007 ਦੇ ਵਿੱਚ ਬੰਦ ਹੋ ਗਈ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਆ ਗਈ। ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਬਰੀਫਿੰਗ ਨਹੀਂ ਕੀਤੀ ਸੀ, ਉਦੋਂ ਤਾਂ ਕੋਈ ਮੰਤਰੀ ਵੀ ਬਰੀਫ ਨਹੀਂ ਕਰਦਾ ਸੀ। ਖੈਰ, ਉਹ ਅਸਲ ਦੇ ਵਿੱਚ ਕਿੰਗਰਾ ਸਾਹਿਬ ਉਹ ਤੇ ਇੱਕ ਮੀਡੀਆ ਦੀ ਰਿਕੁਆਇਰਮੈਂਟ ਹੁੰਦੀ ਹੈ, ਉਹ ਤਾਂ ਭਾਵੇਂ ਕੋਈ ਮੰਤਰੀ ਕਰਦੇ ਜਾਂ ਸੀਐਮ ਕਰਦੇ, ਸਾਨੂੰ ਤੇ ਇਹ ਹੁੰਦਾ ਕਿ ਜੋ ਉਹਦੇ ਚ ਫੈਸਲੇ ਲਏ ਗਏ ਉਹਦੇ ਬਾਰੇ ਪ੍ਰੋਪਰ ਤਫਸੀਲ ਨਾਲ ਕੋਈ ਦੱਸ ਦੇ, ਬਸ ਇੰਨਾ ਹੀ ਹੁੰਦਾ। ਇਹ ਸਾਡੀ ਵੀ ਰਿਕੁਆਇਰਮੈਂਟ ਹੁੰਦੀ ਹੈ। ਤਾਂ ਦੂਜੀ ਗੱਲ ਦੇਖੋ, ਜਿਹੜੀ ਇਹਨਾਂ ਨੇ ਇਹ ਕਹੀ ਹੈ ਨਾ ਕਿ ਅਸੀਂ ਸਪੈਸ਼ਲ ਸੈਸ਼ਨ ਸੱਦ ਕੇ ਉਹਦੇ ਚ ਪਤਾ ਨਹੀਂ ਕਿਹੜੇ ਕਿਹੜੇ ਰੈਜ਼ੋਲੂਸ਼ਨ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਦੱਸੂਗੀ, ਉਹ ਮੌਨਸੂਨ ਸੈਸ਼ਨ ਵੀ ਇਹੀ ਕੰਮ ਹੋ ਸਕਦਾ ਸੀਗਾ। ਇਹ ਜਿਹੜੇ ਸੈਸ਼ਨ, ਮੈਂ ਨਹੀਂ ਕਹਿੰਦਾ ਸੈਸ਼ਨ ਬੁਲਾਉਣੇ ਚਾਹੀਦੇ ਆ, ਮੌਨਸੂਨ ਸੈਸ਼ਨ ਨੂੰ 4 ਦਿਨ ਲੰਮਾ ਕਰ ਦਿੰਦੇ, 2 ਦਿਨ ਲੰਮਾ ਕਰਦੇ, ਐਡੀ ਕਿਹੜੀ ਗੱਲ ਹੈ। ਲੇਕਿਨ ਇਹ ਸਪੈਸ਼ਲ ਸੈਸ਼ਨ ਜਿਹੜਾ ਇਟ ਇਜ਼ ਅ ਪਾਰਟ ਆਫ ਦਾ ਹਿਸਟਰੀ। ਇਹ ਹਿਸਟਰੀ ਦੇ ਵਿੱਚ ਇੰਨੀਆਂ ਗਾਲਾਂ ਸੈਂਟਰ ਨੂੰ ਕੱਢਣਗੇ ਕਿ ਇਤਿਹਾਸ ਦਾ ਹਿੱਸਾ ਬਣ ਜਾਏਗੀ। ਜੇ ਕੱਲ ਨੂੰ ਕੋਈ ਰਿਸਰਚ ਕਰੇਗਾ 50 ਸਾਲ, ਉਹ ਤਾਂ ਕਹਿੰਦੇ ਅਸੀਂ ਵਿਰੋਧੀ ਪਾਰਟੀਆਂ ਦਾ ਸਾਥ ਮੰਗਦੇ ਆ, ਤੁਸੀਂ ਸਾਥ ਦਿਓਗੇ ਫੰਡਾਂ ਦੇ ਮਾਮਲੇ ਤੇ? ਜਿਹੜੇ ਸੈਂਟਰ ਦੇ, ਜੋ ਇਹਨਾਂ ਦਾ ਕਹਿਣਾ ਹੈ ਕਿ ਸੈਂਟਰ ਨੇ ਫੰਡ ਨਹੀਂ ਦੇ ਰਿਹਾ। ਅਸੀਂ ਪੰਜਾਬ ਦੇ ਹਰ ਮਾਮਲੇ ਦੇ ਵਿੱਚ ਕਿਸੇ ਦਾ ਵੀ ਸਾਥ ਦੇਣ ਨੂੰ ਤਿਆਰ ਆ, ਜਿੱਥੇ ਪੰਜਾਬ ਦਾ ਭਲਾ ਹੋਏਗਾ। ਜਦੋਂ ਸਾਰੀਆਂ ਪਾਰਟੀਆਂ ਤੋਂ ਨਾ ਅਕਾਲੀ ਦਲ ਪਾਸੇ ਹਟੇ ਨਾ ਕਾਂਗਰਸ ਪਾਸੇ ਹਟੇ, ਪੰਜਾਬ ਦੇ ਭਲੇ ਵਾਸਤੇ। ਲੇਕਿਨ ਤੁਸੀਂ ਜੇ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੇ ਹੋ ਤੇ ਫਿਰ ਅਸੀਂ ਉਹਦੇ ਸਾਥ ਨਹੀਂ ਦੇ ਸਕਦੇ। ਕਿਉਂਕਿ ਤੁਸੀਂ ਤਾਂ ਇੱਕ ਡਰਾਮਾ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ। ਉਹ ਡਰਾਮੇ ਪੇਸ਼ ਕਰਨ ਵਿੱਚ ਕਾਂਗਰਸ ਕਿਵੇਂ ਨਾਲ ਚੱਲ ਸਕਦੀ ਹੈ? ਠੀਕ ਹੈ ਧਾਰਨੀ ਸਾਹਿਬ, ਸੇਮ ਸਵਾਲ ਮੇਰਾ ਤੁਹਾਡੇ ਤੋਂ ਹੈ। ਜਿਹੜੀ ਗੱਲ ਕਿੰਗਰਾ ਸਾਹਿਬ ਕਰ ਰਹੇ ਹੈ, ਵਿਰੋਧੀ ਪਾਰਟੀਆਂ ਦਾ ਸਾਥ ਮੰਗਦੀ ਹੈ ਆਮ ਆਦਮੀ ਪਾਰਟੀ, ਸੈਸ਼ਨ ਬੁਲਾਇਆ ਗਿਆ, ਇਹ ਹੁਣ ਦੇ ਤੇ ਮਤਾ ਹੀ ਪਾਸ ਹੈ, ਇਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ ਹੈ, ਪਰ ਉਸ ਮਤੇ ਪਾਸ ਹੋਣ ਦੇ ਵਿੱਚ ਅਕਾਲੀ ਦਲ ਦਾ ਸਾਥ ਮਿਲੇਗਾ ਜਾਂ ਨਹੀਂ? ਵਿਜੇ ਜੀ, ਅੱਜ ਮੈਨੂੰ ਇਹ ਲੱਗਦਾ ਹੈਗਾ ਕਿ ਤੁਸੀਂ ਮੈਨੂੰ ਇਹ ਸਿੰਪਲ ਕੁਐਸਚਨ ਪੁੱਛ ਲੈਣਾ ਕਿ ਸਾਥ ਹੋਊਗਾ, ਮੈਂ ਕਹਿ ਦਵਾਂ ਹੋਊਗਾ ਜਾਂ ਨਾ ਹੋਊਗਾ, ਇਹ ਮੈਟਰ ਨਹੀਂ ਕਰਦਾ। ਸਵਾਲ ਅੱਜ ਚਲੋ ਮੈਂ ਦੂਜਾ ਪੁੱਛ ਲੈਣਾ ਕਿ ਤੁਹਾਡੀ ਨਜ਼ਰ ਦੇ ਵਿੱਚ ਮਾਇਨੇ ਕੀ ਹੈ ਸਪੈਸ਼ਲ ਸੈਸ਼ਨ ਦੇ? ਮੈਂ ਉਹੀ ਦੱਸਣ ਲੱਗਿਆ ਜੀ। ਸਪੈਸ਼ਲ ਸੈਸ਼ਨ ਜਿਹੜਾ ਹੈਗਾ ਬੁਲਾ ਕੇ ਉਹਦੇ ਤੇ ਇਹਨਾਂ ਇਹ ਕੀ ਕਹਿਣਾ ਚਾਹੁੰਦੇ ਆ? ਅੱਜ ਦੇ ਇੱਕ ਬੜੇ ਅਖਬਾਰ ਦਾ ਨਾਂ ਟਾਈਟਲ ਕੀ ਹੈਗਾ? ਵਿਕਾਸ ਕਾਰਜਾਂ ਦੀ ਥਾਂ ਕੇਵਲ ਤਨਖਾਹਾਂ ਅਤੇ ਵਚਨਬੱਧ ਖਰਚਿਆਂ ਨੂੰ ਪੂਰਾ ਕਰਨਾ ਹੀ ਚੁਣੌਤੀ। ਸਵਾਲ ਇਹ ਹੈਗਾ ਕਿ ਇਹ ਟਾਈਟਲ ਆਉਣ ਪਿੱਛੇ ਕਾਰਨ ਕੀ ਹੈਗੇ ਆ? ਹੁਣ ਜੇ ਆਪਾਂ ਦੇਖੀਏ ਕਿ 27,000 ਕਰੋੜ ਰੁਪਏ ਦਾ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਕਟੌਤੀ ਲੱਗ ਰਹੀ ਹੈਗੀ ਆ। ਕਟੌਤੀ ਕਿਹੜੀਆਂ ਚੀਜ਼ਾਂ ਤੇ ਲੱਗ ਰਹੀ ਹੈਗੀ ਆ? ਚਾਹੇ ਉਹ ਜਿਹੜੇ ਹੈਗੇ ਆ ਪੇਂਡੂ ਫੰਡਾਂ ਤੇ ਲੱਗ ਰਹੀ ਹੈਗੀ ਆ, ਚਾਹੇ ਉਹ ਜਿਹੜੇ ਹੈਗੇ ਆ ਹੈਲਥ ਮਿਸ਼ਨ ਵਾਲੇ ਫੰਡਾਂ ਤੇ ਲੱਗ ਰਹੀ ਹੈ, ਚਾਹੇ ਉਹ ਚਾਹੇ ਉਹ ਜਿਹੜੀ ਹੈਗੀ ਆ ਫਸਲਾਂ ਦੀ ਖਰੀਦ ਤੇ 1000 ਕਰੋੜ ਰੁਪਏ ਦੀ
ਕਟੌਤੀ ਲੱਗ ਰਹੀ ਹੈ, ਚਾਹੇ ਜਿਹੜੀ ਹੈਗੀ ਆ ਜਿਹੜੀ ਆਪਾਂ ਨੂੰ ਆਪਣਾ ਮਾਰਕੀਟ ਫੀਸ ਵੀ ਆ ਉਹਦੇ ਚ, ਮਾਰਕੀਟ ਫੀਸ ਹਾਂਜੀ ਹਾਂ ਜਿਹੜੀ ਲਿਮਿਟ ਮਾਰਨੀ ਸੀ ਉਹਦੇ ਤੇ ਵੀ ਲੱਗ ਰਹੀ ਆ। ਸਵਾਲ ਹੁਣ ਇਹ ਹੈਗਾ ਕਿ ਇਹ ਕੁਐਸਚਨ ਆ ਬਣਦਾ ਹੈਗਾ ਕਿ ਕਟੌਤੀ ਕਿਉਂ ਲੱਗ ਰਹੀ ਹੈ, ਔਰ ਨੰਬਰ 2 ਜੇ ਇਹ ਕਟੌਤੀ ਲੱਗਦੀ ਹੈਗੀ ਆ ਤਾਂ ਇਸ ਦਾ ਨੁਕਸਾਨ ਕਿਹਨੂੰ? ਨੁਕਸਾਨ ਸਰਕਾਰ ਨੂੰ ਨਹੀਂ ਹੈਗਾ, ਨੁਕਸਾਨ ਹੈਗਾ ਲੋਕਾਂ ਨੂੰ, ਜਿਨ੍ਹਾਂ ਦੇ ਦਿਨ ਪ੍ਰਤੀ ਦਿਨ ਜਿਹੜਾ ਹੈਗਾ ਪੰਜਾਬ ਦੀ ਹਾਲਤ ਵਰਸਟ ਹੁੰਦੀ ਜਾ ਰਹੀ ਹੈਗੀ ਆ। ਦੇਖੋ ਅੱਜ ਮੈਂ ਨਾ ਇੱਕ ਇਹਦੇ ਤੇ ਬੜਾ ਵਧੀਆ ਐਡੀਟੋਰੀਅਲ ਪੜ੍ਹ ਰਿਹਾ ਸੀ ਮੈਂ, ਜਿਹੜਾ ਕੱਲ ਪਟਿਆਲੇ ਦੇ ਵਿੱਚ ਜਿਹੜਾ ਹੈਗਾ ਸੀ ਇਹ ਮਾਂਡਵੀਆ ਸਾਹਿਬ ਆਏ ਨਾ, ਉਹਨਾਂ ਨੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਕਿ ਹੈਲਥ ਫੰਡਾਂ ਨੂੰ ਕਿਉਂ ਘਟਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਆਪਾਂ ਪੜ੍ਹੇ ਲਿਖੇ ਲੋਕ ਹੈਗੇ ਆ ਔਰ ਪੜ੍ਹੀ ਲਿਖੀ ਸਾਨੂੰ ਗੱਲ ਕਰਨੀ ਚਾਹੀਦੀ ਹੈਗੀ ਆ। ਹਰ ਜਿਹੜਾ ਆਪਣੇ ਖਜ਼ਾਨੇ ਹੈਗੇ ਆ ਨਾ ਟ੍ਰੈਜ਼ਰੀਜ਼, ਉਹਨਾਂ ਦੇ ਵਿੱਚ ਇੱਕ ਹੈੱਡ ਬਣੇ ਹੋਏ ਹੈਗੇ ਆ, ਹਰ ਹੈੱਡ ਦੇ ਥੱਲੇ ਪੈਸੇ ਆਉਣੇ ਹੈਗੇ ਆ। ਉਹਨਾਂ ਨੇ ਜਿਹੜਾ ਹੈਲਥ ਮਿਸ਼ਨ ਦਾ ਪੈਸਾ ਪਾਇਆ, ਪੇਂਡੂ ਹੈਲਥ ਮਿਸ਼ਨ ਦਾ ਜਾਂ ਹੋਰ ਹੈਲਥ ਮਿਸ਼ਨਾਂ ਦਾ, ਉਸ ਦੇ ਲਈ ਜਿਹੜੀ ਵੀ ਚੀਜ਼ ਲਈ ਪੈਸਾ ਆਉਣਾ ਉਹਦੇ ਹੈੱਡ ਨਿਰਧਾਰਿਤ ਹੈਗੇ ਆ, ਉਹ ਹੈੱਡਾਂ ਦੇ ਥੱਲੇ ਹੀ ਪੈਸਾ ਨਿਕਲਣਾ ਜਾਂ ਪੈਣਾ ਹੈਗਾ, ਔਰ ਉਹ ਹੈੱਡ ਦੇ ਥੱਲੇ ਹੀ ਨੋਟੀਫਿਕੇਸ਼ਨ ਆ ਗਈਆਂ, ਉਹਨਾਂ ਪਾਸੇ ਨੂੰ ਜਿਹੜਾ ਹੈਗਾ ਪੈਸਾ ਜਾਣਾ ਹੈਗਾ। ਇਹਨਾਂ ਨੇ ਕੀ ਕਰਿਆ, ਜਿੰਨੀਆਂ ਪੇਂਡੂ ਜਿਹੜੀਆਂ ਪ੍ਰਾਇਮਰੀ ਹੈਲਥ ਸੈਂਟਰ ਤੇ ਵੱਡੇ ਹਸਪੀਟਲ, ਉਹਨਾਂ ਟੋਟਲੀ ਬੰਦ ਕਰਕੇ ਆਪਣੇ ਮਿਸ਼ਨ ਨੂੰ ਜਿਹੜਾ ਹੈਗਾ ਪੂਰਾ ਕਰਨ ਵਾਸਤੇ ਉਹਨੂੰ ਕਨਵਰਟ ਕਰਤਾ, ਜਿਹੜਾ ਕਿ ਲੀਗਲੀ ਇਹਨਾਂ ਨੇ ਉਹਦੇ ਤੇ ਕਰੇ ਹੀ ਕੁਝ ਨਹੀਂ, ਨਾ ਉਹਦੇ ਤੇ ਕੋਈ ਅਪਾਇੰਟਮੈਂਟ ਹੋਈ, ਨਾ ਕਿਸੇ ਜਿਹੜਾ ਹੈਗਾ ਕਿਸੇ ਹੈੱਡ ਦੇ ਵਿੱਚ ਪਾਇਆ, ਨਾ ਉਹਦੀ ਕੋਈ ਨੋਟੀਫਿਕੇਸ਼ਨ ਹੋਈ। ਇਹਨਾਂ ਨੇ ਪਤਾ ਨਹੀਂ ਪੈਸਾ ਖਾਣ ਵਾਸਤੇ ਜਾਂ ਕੀ ਕਰਨ ਵਾਸਤੇ ਇਹ ਸਾਰਾ ਕੁਝ ਕਰ ਲਿਆ। ਹੁਣ ਸਵਾਲ ਇਹ ਹੈਗਾ ਕਿ 2 ਦਿਨ ਦਾ ਜੇ ਇਹ ਮਤਾ ਪਾ ਵੀ ਦਿੰਦੇ ਆ ਸੈਂਟਰ ਦੇ ਖਿਲਾਫ, ਕੀ ਇਫੈਕਟ ਹੋਊਗਾ? ਇਫੈਕਟ ਇਹ ਹੋਊਗਾ ਕਿ ਜਿਵੇਂ ਤੁਸੀਂ ਕਿਹਾ ਕਿ 2 ਕਰੋੜ ਰੁਪਇਆ ਖਰਚਾ ਆਉਂਦਾ, ਸਾਡੇ ਵਰਗੇ ਟੈਕਸ ਪੇਅਰਾਂ ਦੀ ਜੇਬ ਦਾ ਜਿਹੜਾ ਪੈਸਾ ਹੈਗਾ ਉਹ ਇਹ ਫਿਰ ਲਟਾ ਕੇ ਜਿਹੜਾ ਹੈਗਾ ਆ ਜਾਣਗੇ, ਪਰ ਇਹਦਾ ਫਾਇਦਾ ਕੋਈ ਨਹੀਂ ਹੋਣਾ ਹੈਗਾ। ਅਸੀਂ ਇਸ ਗੱਲ ਦੇ ਨਾਲ ਹੈਗੇ ਆ, ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੇ ਨਾਲ ਹੈਗਾ ਕਿ ਪੰਜਾਬ ਦੇ ਲੋਕ ਪਿਸ ਰਹੇ ਹੈਗੇ ਆ, ਡਿਵੈਲਪਮੈਂਟ ਦੇ ਨਾਂ ਤੇ ਜ਼ੀਰੋ ਹੈ। ਦੇਖੋ ਆਉਣ ਵਾਲੇ ਟਾਈਮ ਦੇ ਵਿੱਚ PSPCL ਹੈ ਜਿਹੜੀ, ਉਹ ਜਿਹੜੀ ਹੈਗੀ ਆ ਘਾਟੇ ਦੇ ਉਹਦੇ ਤੇ ਜਾ ਰਹੀ ਹੈਗੀ ਆ। ਔਰ ਦੂਜਾ ਚਲੋ ਠੀਕ ਹੈ, ਮੈਂ 2-3 ਚੀਜ਼ਾਂ ਨੇ ਸੰਘੇੜਾ ਸਾਹਿਬ ਤੋਂ ਥੋੜਾ ਇਸ ਤੇ ਕਲੈਰੀਫਿਕੇਸ਼ਨ ਲੈਣਾ ਚਾਹਣਾ। ਸੰਘੇੜਾ ਸਾਹਿਬ, ਇੱਕ ਤੇ ਜਿਹੜੀ ਗੱਲ ਮੈਂ ਸਰੀਨ ਸਾਹਿਬ ਕੋਲ ਬਾਅਦ ਚ ਜਾਣਾ, ਜਿਹੜੀ ਮਨਸੁਖ ਮਾਂਡਵੀਆ ਹੋਰਾਂ ਨੇ ਕੱਲ ਕਹੀ ਹੈ, ਉਹ ਕਹਿੰਦੇ ਵੀ ਤੁਸੀਂ ਸਕੀਮ ਜਿਹੜੀ ਹੈ ਆਪਦੀ ਮੁਹੱਲਾ ਕਲੀਨਿਕ ਵਾਲੀ ਸਕੀਮ ਉੱਥੇ ਉਹਨੂੰ ਪਾਲਿਸ਼ ਕਰਕੇ ਤੇ ਜਿਹੜਾ NHM ਦੇ ਤਹਿਤ ਜਿਹੜੇ ਹਸਪਤਾਲ ਜਾਂ ਪੇਂਡੂ ਕਲੀਨਿਕ ਸੀਗੇ ਉਹਨੂੰ ਬਦਲਤਾ ਤਾਂ ਸਾਡੀ ਸਕੀਮ ਹੀ ਖਤਮ ਹੋ ਗਈ ਤੇ ਅਸੀਂ ਪੈਸੇ ਕਾਹਦੇ ਦਈਏ। ਇਹ ਤਰਕ ਕੱਲ ਉਹਨਾਂ ਵੱਲੋਂ ਦਿੱਤਾ ਗਿਆ ਸੀ। ਨਹੀਂ ਬਰਾੜ ਸਾਹਿਬ, ਗੱਲ ਪਤਾ ਕੀ ਆ, ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹ ਹਮਲਾ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਵੱਲੋਂ, ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿੱਥੇ ਲੱਖਾਂ ਮਰੀਜ਼, ਲੱਖਾਂ ਲੋਕਾਂ ਨੂੰ, ਲੱਖਾਂ ਆਮ ਘਰਾਂ ਦੇ ਲੋਕਾਂ ਨੂੰ ਫਾਇਦਾ ਹੋ ਰਿਹਾ ਜਿਨ੍ਹਾਂ ਨੇ ਇਲਾਜ ਕਰਾਇਆ। ਅਸੀਂ ਅੰਕੜੇ ਦੇਤੇ ਆ ਸਾਹਮਣੇ, ਉਹ ਸਕੀਮ ਅਲੱਗ ਹੈ, ਇਹ ਸਕੀਮ ਅਲੱਗ ਹੈ। ਵਿੱਚ ਹੀ ਤਾਂ ਅਕਾਲੀ ਦਲ ਵਾਲੇ ਦੋਸ਼ ਲਾਈ ਜਾਂਦੇ ਆ ਕਿ ਜੀ ਤੁਸੀਂ ਆਪਣੀ ਨਵੀਂ ਬਿਲਡਿੰਗ ਕਿਉਂ ਨਹੀਂ ਬਣਾਈ, ਪੁਰਾਣੀ ਬਿਲਡਿੰਗ ਜਿੱਥੇ ਘਾਹ ਫੂਸ ਉੱਗਿਆ ਸੀਗਾ ਇਹਨਾਂ ਦੇ ਬਿੱਲੀ ਦੀਆਂ ਬਣਾਈਆਂ ਹੋਈਆਂ, ਉਹਨੂੰ ਵਰਤੋਂ ਚ ਲੈਣ ਦਾ ਉਹ ਕਿ ਮਾੜੀ ਗੱਲ ਹੈ ਜੇ ਅਸੀਂ ਵਰਤ ਲਈਆਂ ਤਾਂ। ਦੇਖੋ ਸਰਕਾਰ ਦੇ ਪੈਸੇ ਸਰਕਾਰ 'ਚ ਹੀ ਖਰਚ ਹੋ ਰਹੇ ਆ, ਕੋਈ ਅਸੀਂ ਹੈੱਡ ਨਹੀਂ ਚੇਂਜ ਕਰ ਰਿਹਾ। ਬਰਾੜ ਸਾਹਿਬ, ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਆ, ਇਹ ਤਾਂ ਵਿਰੋਧ 'ਚ ਇੰਨੇ ਹੋ ਗਏ ਆ, ਮੁੱਖ ਮੰਤਰੀ ਸਾਹਿਬ ਤੋਂ ਇੰਨੇ ਸੜਦੇ ਨੇ, ਇੰਨੀ ਜੈਲਸੀ ਆ ਇਹਨਾਂ ਨੂੰ, ਇੰਨੀ ਤਕਲੀਫ ਹੈ ਕਿ ਉਦਾਂ ਹੀ ਬੋਲੀ ਜਾ ਰਹੇ ਆ। ਹੁਣ ਮੈਂ ਧਾਰਨੀ ਸਾਹਿਬ ਨੂੰ ਤੇ ਸਰੀਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ, ਮਾਰਕੀਟ ਫੀਸ ਤੇ RDF ਉਹ ਕਿਹੜੇ ਖਜ਼ਾਨੇ 'ਚ ਜਾਂਦਾ ਆ? ਕਿਸੇ ਖਜ਼ਾਨੇ 'ਚ ਨਹੀਂ ਜਾਂਦਾ। ਹਾਂ ਜਾਂਦਾ ਆ ਰੂਰਲ ਡਿਵੈਲਪਮੈਂਟ ਫੰਡ ਅਕਾਊਂਟ ਹੈ ਮੰਡੀ ਬੋਰਡ ਦਾ, ਮੰਡੀ ਬੋਰਡ ਦਾ ਨਹੀਂ, ਰੂਰਲ ਡਿਵੈਲਪਮੈਂਟ ਬੋਰਡ ਦਾ ਅਲੱਗ ਹੈ ਉਹ ਅਕਾਊਂਟ। ਮਾਰਕੀਟ ਫੀਸ ਕਾਹਦੇ ਜਾਂਦੀ ਆ? ਮੰਡੀ ਬੋਰਡ ਦਾ ਮਾਰਕੀਟ ਫੀਸ ਫੰਡ ਅਕਾਊਂਟ ਹੈ, ਮਾਰਕੀਟ ਫੀਸ ਅਕਾਊਂਟ ਹੈ ਜਿਹੜਾ ਮਾਰਕੀਟ ਡਿਵੈਲਪਮੈਂਟ ਫੰਡ, ਉਹਦੇ ਵਿੱਚ ਜਾਂਦੀ ਆ। 2 ਅਲੱਗ-ਅਲੱਗ ਅਕਾਊਂਟਸ ਨੇ, ਉਹਨਾਂ ਨੂੰ ਕਿਤੇ ਨਹੀਂ ਹੋਰ ਖਰਚਿਆ ਜਾ ਸਕਦਾ। ਜਿਹੜਾ ਥੋੜਾ ਬਹੁਤ ਕਿੰਗਰਾ ਸਾਹਿਬ ਦੀ ਪਾਰਟੀ ਵੇਲੇ ਖਰਚਿਆ ਗਿਆ ਸੀ, ਉਹਨੂੰ ਬਹਾਨਾ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਵੇਲੇ ਤੋਂ ਹੀ ਇਹਨਾਂ ਨੇ ਫੰਡ ਰੋਕਣੇ ਸ਼ੁਰੂ ਕੀਤੇ ਸੀਗੇ। ਅਸੀਂ ਤਾਂ ਉਹ ਅਮੈਂਡਮੈਂਟ ਵੀ ਕਰ ਦਿੱਤੀ ਆ, ਉਹ ਚੀਜ਼ਾਂ ਵੀ ਬੰਦ ਕਰਤੀਆਂ ਆ। ਸੋ ਸਾਰੇ ਪੈਸੇ ਕਾਨੂੰਨ ਅਨੁਸਾਰ ਕੀਤੇ ਜਾ ਰਹੇ। ਨਾਲੇ ਕੇਂਦਰ ਸਰਕਾਰ ਦਾ ਕਿੰਨਾ ਹਲਕਾ ਰਵੱਈਆ ਆ ਕਿ ਪੈਸੇ ਗਲਤ ਖਰਚ ਹੋ ਗਏ ਤਾਂ ਕਾਰਵਾਈ ਕਰਨਾ।
ਕਾਰਵਾਈ ਕਰਨ। ਇਹ ਥੋੜੀ ਆ ਜਿਹੜੇ ਪੈਸੇ ਸਾਡੇ ਦੇਣੇ ਆ ਇਹਨਾਂ ਨੇ ਉਹਨਾਂ ਰੋਕ ਕੇ ਬੈਠਣ। ਸਰੀਨ ਸਾਹਿਬ ਤੋਂ ਜਵਾਬ ਲੈ, ਸਰੀਨ ਸਾਹਿਬ ਤੁਸੀਂ ਜਵਾਬ ਦੇ ਸਕਦੇ ਹੋ ਦਾ ਬਿਹਤਰ। ਮਾਰਕੀਟ ਫੀਸ ਤੇ ਆਰਟੀਐਫ ਠੀਕ ਹੈ ਸਖੇੜਾ ਸਾਹਿਬ ਤੁਹਾਡੀ ਗੱਲ ਆ ਗਈ, ਸਰੀਨ ਸਾਹਿਬ ਜਵਾਬ ਦੇ ਦਿਓ। ਪੰਜਾਬ ਦਾ ਪੈਸਾ, ਹਾਂਜੀ ਪੰਜਾਬ ਦਾ ਪੈਸਾ ਹੈ, ਉਹ ਕਹਿੰਦੇ ਪੰਜਾਬ ਦਾ ਪੈਸਾ ਹੈ, ਪੰਜਾਬ ਦਾ ਹੱਕ ਹੈ, ਟੈਕਸ ਦੇ ਰੂਪ ਚ ਇਕੱਠਾ ਕਰਕੇ ਲੈ ਕੇ ਗਏ ਆ, ਫਿਰ ਦੇਣ ਚ ਹਰਜ ਕੀ ਹੈ, ਕਿਉਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ? ਬਿਲਕੁਲ ਬਿਲकुल ਸੰਘੇੜਾ ਸਾਹਿਬ ਬੜੇ ਸਿਆਣੇ ਨੇ ਔਰ ਬੜੇ ਅੱਛੇ ਅਫਸਰ ਰਹੇ ਨੇ ਔਰ ਇਹਨਾਂ ਨੇ ਗੱਲ ਬੜੀ ਸਾਫ਼ ਗੋਈ ਨਾਲ ਕੀਤੀ, ਮੈਂ ਤਾਰੀਫ ਕਰਦਾ ਹਾਂ। ਤੁਸੀਂ ਸਾਫ਼ ਗੋਈ ਨਾਲ ਜਵਾਬ ਦੇ ਦਿਓ। ਤੇ ਉਸੇ ਸਾਫ਼ ਗੋਈ ਨਾਲ ਦੱਸ ਰਿਹਾ, ਇਹਨੇ ਕਿਹਾ ਕਿ ਅਸੀਂ ਮੱਲਾ ਕਲੀਨਿਕ ਬਣਾਏ ਨੇ, ਆਪਣੇ ਬੂਤੇ ਤੇ ਬਣਾਏ ਨੇ, ਅਸੀਂ ਉਹਦਾ ਸਵਾਗਤ ਕਰਦੇ। ਤੁਸੀਂ 6000 ਬਣਾਣੇ, ਅਜੇ ਸਿਰਫ 500 ਬਣਾਏ ਨੇ, ਬਣਾਓ ਹੋਰ ਬਣਾਓ। ਪਰ ਇਹ ਦੱਸੋ ਜਿਹੜਾ 438 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਆਯੁਸ਼ਮਾਨ ਹੈਲਥ ਐਂਡ ਵੈਲਥ ਸੈਂਟਰ ਵਿੱਚ ਆਇਆ ਸੀਗਾ, ਉਹ 438 ਕਰੋੜ ਰੁਪਈਆ ਕਿੱਥੇ ਹੈ? ਤੁਸੀਂ ਹੁਣੇ ਆਪੇ ਸੰਘੇੜਾ ਸਾਹਿਬ ਨੇ ਕਿਹਾ ਕਿ ਉਹ ਸਕੀਮ ਅਲੱਗ ਹੈ, ਇਹ ਸਕੀਮ ਅਲੱਗ ਹੈ। ਜੇ ਉਹ 438 ਕਰੋੜ ਜਿਹੜਾ ਆਇਆ ਉਹ ਕਿੱਥੇ ਇਨਵੈਸਟ ਕੀਤਾ ਦੱਸੋ ਨਾ। ਫਿਰ ਅਸੀਂ ਤਾਂ ਇਹੀ ਪੁੱਛਦੇ ਪਏ ਆ ਕਿ ਜਿਹੜਾ 438 ਕਰੋੜ ਭੇਜਿਆ ਤੁਸੀਂ, ਉਹਦੀ ਸਕੀਮ ਹੀ ਨਹੀਂ ਪੰਜਾਬ 'ਚ ਬੰਦ ਪਈ ਆ, ਲਾਗੂ ਨਹੀਂ ਕੀਤੀ, ਤੇ ਫਿਰ ਅੱਗੇ ਕਿਸ ਤਰ੍ਹਾਂ ਦੀ ਮੰਗਦੇ ਹੋ? ਕਾਂਕੜੇ ਦਿੱਤੇ ਸੀ ਵੀ ਸਾਡਾ 800 ਕਰੋੜ ਬਕਾਇਆ ਹੈ ਨੈਸ਼ਨਲ ਹੈਲਥ ਮਿਸ਼ਨ ਦਾ। ਟੋਟਲ 1200 ਕੁਝ ਕਰੋੜ ਰੁਪਇਆ ਹੈਗਾ ਵੈ, ਜਿਸ ਚੋਂ 438 ਕਰੋੜ ਰੁਪਇਆ ਪੰਜਾਬ ਨੂੰ ਆ ਚੁੱਕਾ ਹੈ, ਬਾਕੀ 800 ਕਰੋੜ ਰੁਪਇਆ ਬਕਾਇਆ ਹੈਗਾ। ਲੇਕਿਨ ਸਵਾਲ ਤੇ ਇਹ ਹੈ ਕਿ ਜਦ ਪਹਿਲਾਂ 438 ਕਰੋੜ ਭੇਜਿਆ, ਸੰਘੇੜਾ ਸਾਹਿਬ ਨੇ ਆਪ ਬੰਦੇ ਪਏ ਨੇ ਕਿ ਆਮ ਆਦਮੀ ਕਲੀਨਿਕ ਅਲੱਗ ਚੀਜ਼ ਹੈ ਜੀ, ਨੈਸ਼ਨਲ ਹੈਲਥ ਮਿਸ਼ਨ ਦੇ ਇਸ਼ੂ ਅਲੱਗ ਹੈਗਾ। ਜੋ ਅਲੱਗ ਹੈਗਾ ਤੇ 438 ਕਰੋੜ ਰੁਪਇਆ ਕਿੱਥੇ ਖਰਚਿਆ? ਤੁਸੀਂ ਦੇਖੋ ਹਿਸਾਬ ਉਹਦਾ, ਸਿੰਪਲ ਕੁਐਸਚਨ ਹੈ ਯਾਰ, ਇਹ ਚ ਕਿਹੜਾ ਉਡਾਣਾ ਪੜ। ਬਰਾੜ ਸਾਹਿਬ ਚਲੋ ਜਵਾਬ 438 ਦਾ ਹਿਸਾਬ ਦੱਸ ਦਿਓ ਸੰਘੇੜਾ ਸਾਹਿਬ। ਚਲੋ ਉਹਦਾ ਆਪਾਂ ਇੱਕ ਜਵਾਬ ਤੇ ਲੈ ਲਈਏ, ਫਿਰ ਤੁਸੀਂ ਕੁਝ ਹੋਰ ਕਹਿਤਾ ਪਿਛਲਾ ਭੁੱਲ ਜਾਣਾ। ਮੈਂ ਇੱਕ ਲਾਈਨ ਦਾ ਦੱਸ ਦਿੰਨਾ, ਇੱਕ ਲਾਈਨ 'ਚ ਬਰੀਫ ਕਰ ਦਿੰਨਾ। ਮੈਂ ਦੋਨੋਂ ਹੀ ਹੈਲਥ ਨਾਲ ਰਿਲੇਟਡ ਨੇ, ਸੇਮ ਕੰਮ ਲਈ ਪੈਸੇ ਖਰਚੇ ਜਾਣੇ ਨੇ ਔਰ ਬੈਲੈਂਸ ਸ਼ੀਟ ਨੂੰ ਚੰਗੀ ਤਰ੍ਹਾਂ ਵਾਕਫ ਨੇ ਸਰੀਨ ਸਾਹਿਬ। ਇਹ ਇਹਨਾਂ ਨੂੰ ਜੇ ਸਿਹਤ ਮੰਤਰੀ ਸਾਹਿਬ ਨੇ, ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੋਇਆ, ਨਾਲੇ ਕੋਈ ਸਵਾਲ ਪੁੱਛ ਕੇ ਕਿ ਪੈਸਾ ਕਿੱਥੇ ਖਰਚਿਆ, ਉਹਦੇ ਬਹਾਨੇ ਤੁਸੀਂ ਉਹ ਪੈਸਾ ਤੇ ਨਾਲ ਆਲੇ ਦੁਆਲੇ ਦਾ ਪੈਸਾ ਵੀ ਰੋਕਣਾ, ਕਿੱਥੋਂ ਦੀ ਇਹ ਆਨੈਸਟੀ ਹੈ? ਕਿੱਥੋਂ ਦਾ ਕਾਨੂੰਨ ਹੈ ਇਹ? ਔਰ ਅਸੀਂ ਤਾਂ ਅੰਕੜੇ ਦੇਖਦੇ ਆ ਕਿ ਕਿਹੜੇ ਪੈਸੇ ਕਿੱਥੇ ਖਰਚੇ ਆ, ਚਾਹੇ ਉਹ ਹੈਲਥ ਮਿਸ਼ਨ ਦੇ ਪੈਸੇ, ਛੋਟਾ ਰੱਖਿਓ, ਚਾਹੇ ਉਹ ਮਾਰਕੀਟ ਕਿੰਗਰਾ ਸਾਹਿਬ ਕੋਲ ਜਾਣਾ, ਮਾਰਕੀਟ ਫੀਸ ਆਰਡੀਐਫ ਤੇ ਕਿਉਂ? ਸੰਘੇੜਾ ਸਾਹਿਬ ਤੁਸੀਂ ਬਹੁਤ ਸਿਆਣੇ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਆਯੁਸ਼ਮਾਨ ਹੈਲਥ ਵੈਲਨੈਸ ਸੈਂਟਰ ਦਾ ਵੈਲਨੈਸ ਸੈਂਟਰ ਦਾ ਜਿਹੜਾ ਪੈਸਾ ਆਇਆ, ਉਹਦਾ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦਾ MOU ਸਾਈਨ ਹੋਇਆ ਔਰ ਉਹਦੀ 3.9 ਕਲੌਜ਼ ਵਿੱਚ ਕੀ ਲਿਖਿਆ ਕਿ ਪੈਸਾ ਕਿੱਥੇ ਖਰਚ ਹੋਏਗਾ, ਮੈਂ ਤੁਹਾਨੂੰ ਦੱਸ ਦਿੰਦਾ। implementation of plans for reproductive and child including immunization, population stabilization, disease control programs including national program for control of vector-borne diseases, leprosy, tuberculosis, blindness, disease surveillance, deficiency, non-communicable diseases। ਮੈਨੂੰ ਦੱਸ ਦਿਓ ਮੱਲਾ ਕਲੀਨਿਕ ਤੇ ਕਿਹੜੀ ਡਿਜ਼ੀਜ਼ ਤੇ ਕਵਰ ਹੁੰਦੀ ਹੈ? ਬਣਦੀਆਂ ਸਾਰਾ ਕੁਝ ਬਣਦਾ, ਕਿਆ ਮਜ਼ਾਕ ਬਣਾ ਕੇ ਰੱਖੇ ਤੁਸੀਂ ਲੋਕਾਂ ਨੂੰ? ਕਿੰਨਾ ਝੂਠ ਬਣਾਓਗੇ? ਉਹ ਬਹਾਨਾ ਬਣਾ ਰਿਹਾ, ਹੋਰ ਨਹੀਂ ਗੱਲ, ਝੂਠ ਸਾਰਾ ਬੋਲੋਗੇ। ਕੱਲ ਨੂੰ ਸੈਸ਼ਨ ਹੋ ਜਾਏਗਾ 19-20 ਨੂੰ ਸਾਰੇ ਪੰਜਾਬ ਦੇ ਲੋਕਾਂ ਸਾਹਮਣੇ ਮੁੱਖ ਮੰਤਰੀ ਸਾਹਿਬ ਰੱਖਣਗੇ, ਸਾਰਾ ਕੁਝ ਵਿਧਾਨ ਸਭਾ 'ਚ ਰੱਖਿਆ ਜਾਏਗਾ। ਹੋ ਚੁੱਕਾ ਹੈ ਬਹਾਨਾ, ਸਿਰਫ ਬਾਹਰ ਰੱਖਣ ਦੀ ਹਿੰਮਤ ਨਹੀਂ ਗਈ। ਬਾਹਰ ਰੱਖੋਗੇ ਤੇ ਲੋਕਾਂ ਨੂੰ ਜਵਾਬ ਦੇਣਾ ਪਏਗਾ। ਚਲੋ ਮੈਂ ਕਿੰਗਰਾ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ ਚਾਹੁੰਦਾ। ਮੈਂ ਤਾਂ ਜਵਾਬ ਦੇ ਦਿੱਤਾ ਆ ਕੇ ਦੱਸੋ 438 ਕਰੋੜ ਕਿੱਥੇ ਗਿਆ, ਕਿਹਦੀ ਜੇਬ 'ਚ ਗਿਆ? ਭਗਵੰਤ ਮਾਨ ਕਿੱਥੇ ਲੈ ਕੇ ਗਿਆ? ਅਰਵਿੰਦ ਕੇਜਰੀਵਾਲ ਨੂੰ ਕਿੰਨਾ ਹਿੱਸਾ ਗਿਆ ਇਹਦਾ? ਇਹ ਦੱਸੋ ਪੰਜਾਬ ਦੀ ਕਰੋੜ ਬਕਾਇਆ, 438 ਕਰੋੜ ਕੇਂਦਰ ਨੇ ਭੇਜਿਆ ਸਿਹਤ ਵਾਸਤੇ। ਬਰਾੜ ਸਾਹਿਬ 800 ਕਰੋੜ ਤੋਂ ਵੱਧ ਬਕਾਇਆ ਹੈ, ਇਹਨਾਂ ਨੂੰ ਹਿਸਾਬ ਦਿੱਤਾ ਤਾਂ ਹੀ ਅਸੀਂ ਹੋਰ ਪੈਸੇ ਮੰਗ ਰਹੇ ਹਾਂ। 800 ਕਰੋੜ ਤੋਂ ਵੱਧ ਬਕਾਇਆ ਹੈ, ਆਰਡੀਐਫ NHM ਦੇ ਫੰਡ ਨੇ, ਤੁਸੀਂ ਆਪਣਾ ਮਾਰਕੀਟ ਫੀਸ ਹੈ। ਕਿੰਗਰਾ ਸਾਹਿਬ ਦੇ ਮਾਰ ਹੋ। ਮੰਮੀ ਦੇਖੋ ਉਧਰ ਦੇਖ ਕੇ ਬਿਜਲੀ ਆ ਗਈ। ਡਾਕਟਰ ਸਾਹਿਬ, ਕੇਂਦਰ ਦੀਆਂ ਦੋ ਕਿਸਮ ਦੀਆਂ ਸਕੀਮਾਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਸੈਂਟਰਲ ਸੈਕਟਰ ਸਕੀਮ, ਇੱਕ ਹੁੰਦੀ ਹੈ ਸੈਂਟਰਲੀ ਸਪਾਂਸਰਡ ਸਕੀਮ। ਜਿਹੜੀ ਸੈਂਟਰਲ ਸਪਾਂਸਰਡ ਸਕੀਮ ਹੈ ਉਹਦੇ ਵਿੱਚ ਸਟੇਟ ਦਾ ਵੀ ਹਿੱਸਾ ਹੁੰਦਾ ਤੇ ਕੇਂਦਰ ਦਾ ਵੀ ਹਿੱਸਾ ਹੁੰਦਾ ਹੈ। 90-10 ਵੀ ਹੁੰਦਾ ਹੈ, 70-30 ਵੀ ਹੁੰਦਾ ਹੈ, 60-40 ਵੀ ਹੁੰਦਾ ਹੈ, ਡਿਪੈਂਡ ਕਰਦਾ ਕਿਹੜੀ ਸਕੀਮ ਹੈ। ਜਿਹੜੀ ਸੈਂਟਰਲ ਸੈਕਟਰ ਸਕੀਮ ਹੈ ਉਹਦੇ 'ਚ 100% ਪੈਸਾ ਜਿਹੜਾ ਉਹ ਕੇਂਦਰ ਦਾ ਹੁੰਦਾ ਹੈ। ਨੈਸ਼ਨਲ ਹੈਲਥ ਮਿਸ਼ਨ ਦੀ ਜਿਹੜੀ ਸਕੀਮ ਹੈ ਉਹਦੇ 'ਚ ਸਾਰੇ ਦਾ ਸਾਰਾ ਪੈਸਾ ਕੇਂਦਰ ਦਾ ਹੈ। ਜੋ ਵੀ ਕੱਲ ਕੇਂਦਰ ਦੇ ਹੈਲਥ ਮਿਨਿਸਟਰ ਨੇ ਬਿਆਨ ਦਿੱਤਾ ਪਟਿਆਲੇ ਦੇ ਵਿੱਚ, ਉਹ ਬਿਲਕੁਲ ਵਾਜਬ ਹੈ, ਕਿਉਂਕਿ ਜਦੋਂ ਕੋਈ ਸਕੀਮ ਬਣਦੀ ਹੈ ਮਿਸ਼ਨ ਦੇ ਤਹਿਤ ਤਾਂ ਉਹਦੇ 'ਚ ਸਟੇਟਾਂ ਉਸ ਐਗਰੀਮੈਂਟ ਤੇ ਸਾਈਨ ਕਰਦੀਆਂ ਤੇ ਉਸ ਐਗਰੀਮੈਂਟ ਦੇ ਵਿੱਚ ਇਹ ਵੀ ਲਿਖਿਆ ਹੁੰਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਵਿੱਚ ਕਿ ਕਿਹੜੇ ਜੇ ਤੁਸੀਂ ਉਹਦੇ 'ਚ ਲਿਖਿਆ ਨਾ ਕਿ ਰੋਟੀ ਦਿੱਤੀ ਜਾਊਗੀ ਤੇ ਤੁਸੀਂ ਕਣਕ ਨਹੀਂ ਦੇ ਸਕਦੇ, ਉੱਥੇ ਰੋਟੀ ਦਿੱਤੀ ਜਾਏਗੀ। ਤੁਸੀਂ ਇਹ ਨਹੀਂ ਕਹਿ ਸਕਦੇ ਕਣਕ ਦੀਆਂ ਤਾਂ ਰੋਟੀਆਂ ਬਣਦੀਆਂ, ਨਹੀਂ। ਜੇ ਤੁਸੀਂ ਲਿਖਿਆ ਕਣਕ ਦਿੱਤੀ ਜਾਏਗੀ ਤਾਂ ਤੁਸੀਂ ਰੋਟੀ ਨਹੀਂ ਦੇ ਸਕਦੇ, ਤੁਸੀਂ ਕਹੋਗੇ ਇਹਨਾਂ ਨੂੰ ਤਾਂ ਘਰੇ ਜਾ ਕੇ ਰੋਟੀ ਪਕਾਉਣੀ ਸੀ। ਸੋ ਐਡੂ ਸਿੰਪਲ ਨਹੀਂ ਮੈਂ ਕਰ ਸਕਦਾ।
ਇਹਨਾਂ ਨੇ ਉਹ ਵਾਇਲੇਸ਼ਨ ਕੀਤੀ ਹੈ। ਦੇਖੋ ਕੇਜਰੀਵਾਲ ਸਾਹਿਬ ਨੇ ਸ਼ਿਸ਼ੋਦੀਆ ਅੰਦਰ ਕਰਾਤਾ ਤੇ ਹੁਣ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਨੂੰ ਵੀ ਅੰਦਰ ਕਰਾਉਣ ਨੂੰ ਫਿਰਦੇ ਆ। ਆ ਜਿਹੜੀ ਤੁਹਾਡੀ ਸਕੀਮ ਹੈ ਨਾ ਦੂਜੀ ਜਿਹੜੀ ਸ਼ਰਾਬ ਵਾਲੀ ਹੈ ਉਹ ਵੀ ਬਿਲਕੁਲ ਉੱਤੇ ਬੰਦ ਕਰਕੇ ਇੱਥੇ ਉਹੀ ਚੱਲੀ ਜਾਂਦੀ ਹੈ। ਉਹੀ ਬੰਦੇ ਹੈ, ਉਹ ਬੰਦੇ ਡਰੇ ਹੋਏ ਆ, ਠੇਕੇਦਾਰ ਵੀ ਜਿੱਥੇ ਕਿਤੇ ਸਟੇਟ ਸਰਕਾਰ ਬਦਲੂਗੀ ਤੇ ਅੰਦਰ ਕਿਸੇ ਨੂੰ ਜਾਣਾ ਪਊਗਾ। ਸੋ ਇਸ ਕਰਕੇ ਕੇਜਰੀਵਾਲ ਸਾਹਿਬ ਕਿਸੇ ਚੀਜ਼ ਤੇ ਦਸਤਖਤ ਨਹੀਂ ਕਰਦੇ। ਸਰਦਾਰ ਭਗਵੰਤ ਸਿੰਘ ਮਾਨ ਨੂੰ ਬਿਊਰੋਕ੍ਰੇਸੀ ਜਿਹੜੀ ਹੈ, ਕਿਉਂਕਿ ਇਹਨਾਂ ਨੇ ਇੰਨਾ ਉਹਨੂੰ ਡਰਾ ਰੱਖਿਆਗਾ। ਵੇਖੋ ਕੋਈ ਬਿਊਰੋਕਰੇਟ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਨਾਲ।